ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਲਿੰਗਕ ਬਦਸਲੂਕੀ ਦੀ ਰੋਕਥਾਮ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ੁਰੂ ਤੋਂ ਹੀ ਸਾਡੇ ਸਮਾਜ ਵਿੱਚ ਧੀਆਂ ਤੇ ਪੁੱਤਰਾਂ ਦੇ ਵਿੱਚ ਕਾਫੀ ਫਰਕ ਹੁੰਦਾ ਆਇਆ ਹੈ, ਪਰ ਜੇਕਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਧੀਆਂ ਤੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਹੈ। ਧੀਆਂ ਨੇ ਵੀ ਪੁੱਤਰਾਂ ਵਾਂਗ ਮਿਹਨਤ ਕਰਕੇ ਆਪਣਾ ਤੇ ਆਪਣੇ ਮਾਂ-ਬਾਪ ਦਾ ਤੇ ਸਮਾਜ ਦਾ ਨਾਮ ਰੋਸ਼ਨ ਕੀਤਾ ਹੈ। ਸੋ ਬੱਚਿਓ, ਅਸੀਂ ਧੀਆਂ ਤੇ ਪੁੱਤਰਾਂ ਦੇ ਵਿੱਚ ਕਦੀ ਵੀ ਕੋਈ ਫਰਕ ਨਹੀਂ ਕਰਨਾ ਹੈ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਜ਼ਾਨ। ਸਾਡੀ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਔਰਤ ਨੂੰ ਜਿਹੜਾ ਵਾ ਕਦੇ ਵੀ ਮੰਦਾ ਨਹੀਂ ਕਹਿਣਾ ਚਾਹੀਦਾ। ਔਰਤ ਨੇ ਸਮਾਜ ਦੀ ਸਿਰਜਣਾ ਕਰਨ ਵਿੱਚ ਬੜਾ ਅਹਿਮ ਯੋਗਦਾਨ ਪਾਇਆ ਹੈ। ਉਸਨੇ ਸ਼ੂਰਬੀਰਾਂ, ਯੋਧਿਆਂ, ਮਹਾਰਾਜਿਆਂ, ਰਾਜਿਆਂ ਨੂੰ ਜਨਮ ਦਿੱਤਾ ਹੈ। ਜੇਕਰ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਹਾਂ ਤਾਂ ਅਸੀਂ ਕੀ ਦੇਖਦੇ ਹਾਂ ਕਿ ਔਰਤ ਨੂੰ ਇੱਕ ਧੀ, ਮਾਂ ਤੇ ਪਤਨੀ ਦੇ ਰੂਪ ਦੇ ਵਿੱਚ ਦਰਸਾਉਂਦੇ ਹੋਏ ਨਾਰੀ ਸ਼ਕਤੀ ਦਾ ਦਰਜਾ ਜਿਹੜਾ ਉਹ ਦਿੱਤਾ ਗਿਆ ਹੈ। ਅਸੀਂ ਨਿਤ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ, ਆਪਣੇ ਆਪਣੇ ਇਸ਼ਟ ਨੂੰ ਧਿਆਉਂਦੇ ਹਾਂ ਤੇ ਅਸੀਂ ਹਮੇਸ਼ਾ ਕੀ ਮੰਗ ਕਰਦੇ ਹਾਂ ਕਿ ਸਾਨੂੰ ਜਿਹੜਾ ਪੁੱਤਰ ਦੀ ਦਾਤ ਜਿਹੜੀ ਉਹ ਮਿਲੇ। ਅਸੀਂ ਹਮੇਸ਼ਾ ਅਰਦਾਸ ਬੇਨਤੀਆਂ ਪੁੱਤਰਾਂ ਲਈ ਕਰਦੇ ਹਾਂ, ਧੀਆਂ ਲਈ ਨਹੀਂ ਕਰਦੇ। ਪਰ ਸਾਨੂੰ ਹਮੇਸ਼ਾ ਹੀ ਧੀਆਂ ਤੇ ਪੁੱਤਰਾਂ ਨੂੰ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਹਨ, ਬਰਾਬਰ ਦੀ ਉਹਨਾਂ ਪ੍ਰਤੀ ਆਪਣੀ ਸੋਚ ਰੱਖਣੀ ਚਾਹੀਦੀ ਹੈ। ਜੇਕਰ ਅਸੀਂ ਵਾਕਿਆ ਹੀ ਆਪਣੀ ਸੋਚ, ਆਪਣੇ ਨਜ਼ਰੀਏ ਨੂੰ ਬਦਲਦੇ ਹਾਂ ਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਤੇ ਧੀਆਂ ਤੇ ਪੁੱਤਰਾਂ ਦੇ ਪੈਂਦੇ ਵਕਵੇ ਨੂੰ ਘਟਾ ਕੇ ਤੇ ਹਮੇਸ਼ਾ ਹੀ ਇਹਨਾਂ ਨੂੰ ਬਰਾਬਰ ਦੇ ਮੌਕੇ ਦੇਵਾਂਗੇ, ਚੰਗੀ ਸੋਚ ਰੱਖਾਂਗੇ ਤਾਂ ਹਰ ਖੇਤਰ ਦੇ ਵਿੱਚ ਧੀਆਂ ਨੇ ਪਹਿਲਾਂ ਵੀ ਬਹੁਤ ਮੱਲਾਂ ਮਾਰੀਆਂ ਹਨ ਤੇ ਆਉਣ ਵਾਲੇ ਸਮੇਂ 'ਚ ਵੀ ਬਹੁਤ ਮੱਲਾਂ। ਯੁੱਗ ਬਦਲਿਆ, ਬਦਲੀ ਸੋਚ, ਦੇਸ਼ ਆਜ਼ਾਦ ਦੀ, ਮੁਹਤਾਜ ਨਾ ਰਹੀ ਔਰਤ ਹੁਣ ਇਸ ਸਮਾਜ ਦੀ। ਭੁੱਲ ਕੇ ਨਾ ਕਰੀਏ ਬੇਕਦਰੀ ਇਸ ਮਹਿਕੇ ਗੁਲਾਬ ਦੀ। ਅੱਜ ਪੁੱਤਾਂ ਦੇ ਹੋਈ ਸਮਾਨ ਧੀ ਇਹ ਪੰਜਾਬ ਦੀ। ਅੱਜ ਪੁੱਤਾਂ ਦੇ ਹੋਈ ਸਮਾਨ ਧੀ ਇਹ ਪੰਜਾਬ ਦੀ। ਪਿਆਰੇ ਵਿਦਿਆਰਥੀਓ, ਲਿੰਗਿਕ ਬਦਸਲੂਕੀ ਦੀ ਰੋਕਥਾਮ ਸੰਬੰਧੀ ਇਸ ਪ੍ਰਕਾਰ ਹੈ। ਸਮਾਜ ਵਿੱਚ ਲਿੰਗ ਦੇ ਆਧਾਰ ਤੇ ਬਦਸਲੂਕੀ ਪ੍ਰਤੀ ਸੁਚੇਤ ਹੋਣਾ। ਸਾਨੂੰ ਸਮਾਜ ਵਿੱਚ ਲਿੰਗ ਦੇ ਆਧਾਰ ਤੇ ਜੋ ਬਦਸਲੂਕੀ ਹੁੰਦੀ ਹੈ, ਸਭ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਇਸ ਪ੍ਰਤੀ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ। ਲਿੰਗਿਕ ਬਰਾਬਰੀ ਸੰਬੰਧੀ ਇਤਿਹਾਸਿਕ ਪੱਖਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਇਸ ਦੇ ਕੀ ਪੱਖ ਹਨ, ਸਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹ ਬਦਸਲੂਕੀ ਕਿਉਂ ਹੁੰਦੀ ਹੈ। ਵਿਦਿਆਰਥੀਆਂ ਵੱਲੋਂ ਲਿੰਗਿਕ ਬਦਸਲੂਕੀ ਵਿਰੁੱਧ ਝੰਡਾ ਬਰਦਾਰ ਬਣਨਾ। ਵਿਦਿਆਰਥੀਆਂ ਨੂੰ ਆਪਣਾ ਇਸ ਵਿੱਚ ਪੂਰਾ ਰੋਲ ਅਦਾ ਕਰਨਾ ਚਾਹੀਦਾ ਹੈ। ਕਿਤੇ ਵੀ ਉਹਨਾਂ ਨੂੰ ਅਜਿਹੀ ਕੋਈ ਘਟਨਾ ਲੱਗਦੀ ਹੈ ਜਾਂ ਕੋਈ ਬਦਸਲੂਕੀ ਦੀ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਪ੍ਰਤੀ ਉਹਨਾਂ ਨੂੰ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ। ਸਾਡੇ ਸਮਾਜ ਵਿੱਚ ਲਿੰਗਿਕ ਭੇਦ ਦਾ ਲੰਬਾ ਪਿਛੋਕੜ ਹੈ, ਜੋ ਸਤੀ ਪ੍ਰਥਾ, ਪਰਦਾ ਪ੍ਰਥਾ, ਬਹੁ ਪਤਨੀ ਵਿਆਹ, ਵਿਧਵਾ ਵਿਆਹ ਦੀ ਮਨਾਹੀ ਆਦਿ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਰਿਹਾ ਹੈ। ਇਸ ਲਿੰਗਿਕ ਭੇਦ ਦਾ ਨਵੀਨਤਮ ਰੂਪ ਅੱਜ ਕੱਲ੍ਹ ਮਾਦਾ ਭਰੂਣ ਹੱਤਿਆ ਅਤੇ ਕਥਿਤ ਅਣਖ ਦੇ ਆਧਾਰ ਤੇ ਕਤਲ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਅਜਿਹੀ ਬਦਸਲੂਕੀ ਸਮਾਜ ਦੇ ਚਿਹਰੇ ਤੇ ਬਹੁਤ ਬਦਨੁਮਾ ਦਾਗ ਹੈ। ਵਿਦਿਆਰਥੀਓ, ਆਓ ਹੁਣ ਅਸੀਂ ਇੱਕ ਨਾਟਕ ਕਥਾ ਰਾਹੀਂ ਦੇਖਦੇ ਹਾਂ ਤੇ ਇਸ ਨੂੰ ਸਮਝਦੇ ਹਾਂ। ਸੁਰਜੀਤ ਅੱਜ ਸਵੇਰ ਤੋਂ ਹੀ ਬੜੀ ਖੁਸ਼ ਸੀ। ਅੱਜ ਉਸ ਦੀ ਸ਼ਾਦੀ ਦੀ ਵਰ੍ਹੇਗੰਢ ਸੀ। ਹਰ ਪਾਸਿਓਂ ਵਧਾਈ ਸੰਦੇਸ਼ ਆ ਰਹੇ ਸਨ। ਉਸ ਦੇ ਵਿਦੇਸ਼ ਰਹਿੰਦੇ ਪਤੀ ਨੇ ਵੀ ਅੱਜ ਤਾਂ ਕਈ ਫੋਨ ਆ ਚੁੱਕੇ ਸਨ ਅਤੇ ਇਸ ਹਫ਼ਤੇ ਉਸਨੇ ਕਈ ਕੀਮਤੀ ਤੋਹਫੇ ਭਿਜਵਾ ਕੇ ਸੁਰਜੀਤ ਨੂੰ ਹੈਰਾਨੀ ਭਰੀ ਖੁਸ਼ੀ ਵੀ ਦਿੱਤੀ ਸੀ। ਸੁਰਜੀਤ ਆਪਣੇ ਪਤੀ ਅਤੇ ਪਰਿਵਾਰ ਨਾਲ ਬਿਤਾਏ ਹੋਏ ਸੁੰਦਰ ਪਲਾਂ ਨੂੰ ਮੁੜ-ਮੁੜ ਯਾਦ ਕਰ ਰਹੀ ਸੀ। ਉਹ ਸੋਚਦੀ ਸੀ ਕਿ ਉਸ ਦਾ ਪਤੀ ਅੱਜ ਉਹਨਾਂ ਕੋਲ ਹੁੰਦਾ ਤਾਂ ਉਹ ਉਸ ਦੇ ਦਿਨ ਨੂੰ ਹੋਰ ਵਧੇਰੇ ਖੁਸ਼ੀ ਨਾਲ ਬਿਤਾਉਂਦੀ। ਅਚਾਨਕ ਉਸ ਨੂੰ ਖਿਆਲ ਆਇਆ ਕਿ ਉਹ ਆਪਣੀ ਇਸ ਖੁਸ਼ੀ ਨੂੰ ਘੱਟੋ-ਘੱਟ ਆਪਣੇ ਦੋਵੇਂ ਬੱਚਿਆਂ ਨਾਲ ਤਾਂ ਵੰਡ ਹੀ ਸਕਦੀ ਸੀ। ਉਸਨੇ ਆਪਣੀ ਪੁੱਤਰੀ ਪਲਕ ਅਤੇ ਪੁੱਤਰ ਦੀਪੂ ਨਾਲ ਇੱਕ ਨੇੜੇ ਦੇ ਪਿਕਨਿਕ ਸਥਾਨ ਤੇ ਜਾਣ ਦਾ ਪ੍ਰੋਗਰਾਮ ਬਣਾਇਆ। ਉਸ ਦੇ ਬੱਚੇ ਵੀ ਤਾਂ ਪਿਛਲੇ ਇੱਕ ਹਫ਼ਤੇ ਤੋਂ ਅਜਿਹਾ ਹੀ ਕਰਨ ਲਈ ਕਹਿ ਰਹੇ ਸਨ। ਸੁਰਜੀਤ ਆਪਣੇ ਦੋਹਾਂ ਬੱਚਿਆਂ ਨੂੰ ਨਾਲ ਲੈ ਕੇ ਬਾਅਦ ਦੁਪਹਿਰ ਉੱਥੇ ਪਹੁੰਚ ਗਈ। ਉੱਥੇ ਪਹੁੰਚਦੇ ਹੀ ਉਸ ਦੇ ਬੱਚਿਆਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।
ਉਹ ਖੁਸ਼ੀ ਵਿੱਚ ਖੀਵੇਂ ਹੋਏ ਗੱਲਾਂ ਕਰ ਰਹੇ ਸਨ। ਆਹਾ, ਕਿੰਨੀ ਸੋਹਣੀ ਜਗ੍ਹਾ ਹੈ। ਅੱਜ ਤਾਂ ਖੂਬ ਮਜ਼ਾ ਆਵੇਗਾ ਦੀਦੀ। ਪਲਕ, ਐਵੇਂ ਨਾ ਬਹੁਤੀ ਚਾਂਬਲ। ਅੱਛਾ ਮੰਮੀ ਜੀ। ਬੇਟਾ, ਤੈਨੂੰ ਇਹ ਤਾਂ ਪਸੰਦ ਆਈ? ਹਾਂ ਮੰਮੀ, ਬਹੁਤ ਪਸੰਦ ਆਈ। ਕਿੰਨੀ ਵਧੀਆ ਦ੍ਰਿਸ਼ ਹੈ, ਕਿੰਨਾ ਸੁਹਾਵਣਾ ਮੌਸਮ ਹੈ। ਆਓ ਅਸੀਂ ਪਹਿਲਾਂ ਗੋਲ ਗੱਪੇ ਖਾਈਏ। ਹਾਂ ਹਾਂ ਮੰਮੀ ਜੀ, ਬੜਾ ਆਨੰਦ ਆਵੇਗਾ। ਬੇਟਾ, ਕਿਹੜੇ ਖਾਣੇ ਹਨ, ਸੂਜੀ ਦੇ ਜਾਂ ਦੂਜੇ? ਸੂਜੀ ਦੇ। ਤੈਨੂੰ ਕਿੰਨੇ ਪੁੱਛਿਆ? ਐਵੇਂ ਵਿੱਚ ਬੋਲਣ ਲੱਗ ਪੈਂਦੀ ਐ। ਤੁਸੀਂ ਵਾਰ-ਵਾਰ ਪਲਕ ਨਾ ਇਸ ਤਰ੍ਹਾਂ ਕਿਉਂ ਕਰਦੇ ਹੋ? ਐਵੇਂ ਗੁੱਸੇ ਹੋਈ ਜਾਂਦੇ ਹੋ। ਤੂੰ ਬੜਾ ਸਿਆਣਾ ਏ। ਉਹ ਕੁੜੀ ਏ, ਇਸ ਨੂੰ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਹੈ। ਕੁੜੀਆਂ ਨੂੰ ਵੱਧ ਚੜ ਕੇ ਗੱਲਾਂ ਕਰਨੀਆਂ ਸੋਭਦੀਆਂ ਨਹੀਂ। ਮੰਮੀ, ਅੱਜ ਕੱਲ ਮੁੰਡੇ ਕੁੜੀਆਂ ਵਿੱਚ ਕੀ ਫਰਕ ਏ? ਉਹ ਕਿਹੜੀ ਗੱਲ ਹੈ ਜੋ ਮੁੰਡੇ ਕਰ ਸਕਦੇ ਨੇ ਤੇ ਕੁੜੀਆਂ ਨਹੀਂ? ਸਾਡੇ ਅਧਿਆਪਕ ਜੀ ਨੇ ਵੀ ਕਿਹਾ ਸੀ ਕਿ ਗੁਰਬਾਣੀ ਵਿੱਚ ਸੋ ਕਿਉਂ ਮੰਦਾ ਆਖੀਏ, ਜਿੱਤ ਜੰਮੇ ਰਾਜਾਨ ਦੀ ਸਿੱਖਿਆ ਦਿੱਤੀ ਗਈ ਹੈ। ਤੂੰ ਆਪਣੇ ਪਾਠ ਮੈਨੂੰ ਨਾ ਪੜਾ। ਭੈਣ ਜੀ, ਮੁੰਡਾ ਠੀਕ ਹੀ ਤਾਂ ਕਹਿ ਰਿਹਾ ਹੈ। ਹੁਣ ਸਮਾਂ ਪਹਿਲਾ ਵਰਗਾ ਤਾਂ ਨਹੀਂ ਰਿਹਾ। ਧੀਆਂ ਤਾਂ ਕਿਤੇ ਦੀਆਂ ਕਿਤੇ ਪਹੁੰਚ ਗਈਆਂ। ਡਾਕਟਰ ਦਲੀਪ ਕੌਰ ਟਿਵਾਣਾ, ਅੰਮ੍ਰਿਤਾ ਪ੍ਰੀਤਮ, ਕਿਰਨ ਬੇਦੀ ਤੇ ਗੁਰਮੀਤ ਬਾਵਾ ਵਰਗੇ ਨਾਮ ਤਾਂ ਤੁਸੀਂ ਸੁਣੇ ਹੀ ਨੇ। ਇਹਨਾਂ ਇਸਤਰੀਆਂ ਨੇ ਹੀ ਜ਼ਿੰਦਗੀ ਦੀਆਂ ਨਵੀਆਂ ਪੈੜਾਂ ਪਾਈਆਂ ਹਨ। ਹਾਂ, ਕਹਿੰਦੇ ਤਾਂ ਤੁਸੀਂ ਠੀਕ ਹੋ। तो फिर ਅੱਜ ਦੀ ਪਾਰਟੀ ਪਲਕ ਨੂੰ ਹੀ ਸਮਰਪਿਤ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਨਾਟਕ ਕਥਾ ਨੂੰ ਦੇਖਿਆ, ਉਸ ਬਾਰੇ ਸਮਝਿਆ ਵੀ ਹੋਵੇਗਾ ਕਿ ਕਿਵੇਂ ਸੁਰਜੀਤ ਆਪਣੀ ਵਿਆਹ ਦੀ ਸਾਲਗਿਰਾ ਉੱਪਰ ਆਪਣੇ ਬੱਚਿਆਂ ਨੂੰ ਘੁਮਾਉਣ ਦੇ ਲਈ ਲੈ ਕੇ ਜਾਂਦੀ ਹੈ ਤੇ ਉੱਥੋਂ ਜਦੋਂ ਉਸ ਦੀ ਬੇਟੀ ਬਾਰ-ਬਾਰ ਉਸ ਦੇ ਸਵਾਲਾਂ ਦੇ ਜਵਾਬ ਦਿੰਦੀ ਹੈ ਤੇ ਉਸ ਨੂੰ ਹਰ ਗੱਲ ਦੇ ਉੱਪਰ ਸੁਰਜੀਤ ਵੱਲੋਂ ਰੋਕ ਟੋਕ ਕੀਤੀ ਜਾਂਦੀ ਹੈ, ਜਿਸ ਦਾ ਉਸ ਦਾ ਬੇਟਾ ਜਵਾਬ ਦਿੰਦਾ ਹੈ ਕਿ ਮੰਮੀ, ਅੱਜ ਕੱਲ ਧੀਆਂ ਪੁੱਤਰਾਂ 'ਚ ਕੋਈ ਫਰਕ ਨਹੀਂ। ਧੀਆਂ ਕਿਸ ਕੰਮ ਦੇ ਵਿੱਚ ਪਿੱਛੇ ਨੇ ਤੇ ਤੁਸੀਂ ਪਲਕ ਨੂੰ ਬਾਰ-ਬਾਰ ਕਿਉਂ ਝਿੜਕ ਰਹੇ ਹੋ? ਤੇ ਬੱਚਿਓ, ਤੁਸੀਂ ਸਾਰੀ ਨਾਟਕ ਕਥਾ ਦੇਖੀ ਤੇ ਹੁਣ ਤੁਸੀਂ ਆਪਣੇ ਸਮਝ ਦੇ ਆਧਾਰ ਦੇ ਉੱਤੇ ਕੁਝ ਤੁਹਾਨੂੰ ਵਰਕਸ਼ੀਟ ਦੇ ਵਿੱਚ ਪ੍ਰਸ਼ਨਾਂ ਦੇ ਦਿੱਤੇ ਗਏ ਹਨ, ਉਹਨਾਂ ਦੇ ਉੱਤਰ ਤੁਸੀਂ ਆਪਣੀ ਸਮਝ ਮੁਤਾਬਕ ਦੇਣੇ ਹਨ। ਦੱਸਣਾ ਹੈ ਕਿ ਤੁਸੀਂ ਕੀ ਸਮਝਿਆ ਹੈ ਤੇ ਤੁਸੀਂ ਆਪਣਾ ਜਿਹੜਾ ਕਿਰਦਾਰ ਕਿਵੇਂ ਨਿਭਾਉਣਾ ਸੀ ਉਹਨਾਂ ਦੀ ਜਗ੍ਹਾ ਦੇ ਉੱਪਰ ਹੁੰਦੇ ਤਾਂ। ਸਭ ਤੋਂ ਪਹਿਲਾਂ ਬੱਚਿਓ ਪ੍ਰਸ਼ਨ ਹੈ, ਜੇਕਰ ਤੁਸੀਂ ਨਾਟਕ ਕਥਾ ਦੀ ਕੇਂਦਰੀ ਪਾਤਰ ਸੁਰਜੀਤ ਦੀ ਥਾਂ ਤੇ ਹੁੰਦੇ ਤਾਂ ਤੁਸੀਂ ਕੀ ਕਰਦੇ? ਇਸ ਦਾ ਜਵਾਬ ਤੁਸੀਂ ਆਪਣੀ ਸਮਝ ਦੇ ਨਾਲ, ਆਪਣੇ ਤਰੀਕੇ ਦੇ ਨਾਲ ਦੇਣਾ ਹੈ। ਦੂਸਰਾ ਪ੍ਰਸ਼ਨ ਹੈ, ਜੇਕਰ ਤੁਸੀਂ ਦੀਪੂ ਦੀ ਥਾਂ ਹੁੰਦੇ, ਦੀਪੂ ਕੌਣ ਸੀ? ਸੁਰਜੀਤ ਦਾ ਪੁੱਤਰ, ਤਾਂ ਸੁਰਜੀਤ ਨੂੰ ਕੀ ਜਵਾਬ ਦਿੰਦੇ? ਤੁਸੀਂ ਉਸ ਜਗ੍ਹਾ ਤੇ ਦੀਪੂ ਦੀ ਜਗ੍ਹਾ ਤੇ ਹੁੰਦੇ ਤਾਂ ਤੁਸੀਂ ਆਪਣੀ ਮੰਮੀ, ਸਪੋਜ਼ ਸੁਰਜੀਤ ਦਾ ਜੋ ਕਿਰਦਾਰ ਹੈ ਉਸ ਨੂੰ ਕੀ ਜਵਾਬ ਦਿੰਦੇ? ਪ੍ਰਸ਼ਨ 3, ਸੁਰਜੀਤ ਦੇ ਦੀਪੂ ਅਤੇ ਪਲਕ ਪ੍ਰਤੀ ਵਿਹਾਰ ਵਿੱਚ ਕੀ ਅੰਤਰ ਸੀ? ਦੀਪੂ ਨਾਲ ਕਿਵੇਂ ਦਾ ਵਿਵਹਾਰ ਕਰਦੀ ਸੀ ਤੇ ਪਲਕ ਨਾਲ, ਮਤਲਬ ਧੀ ਨਾਲ ਕਿਵੇਂ ਦਾ ਕਰਦੀ ਸੀ ਤੇ ਪੁੱਤਰ ਦੇ ਨਾਲ ਕਿਵੇਂ ਦਾ ਉਹ ਵਰਤੀਰਾ ਜਿਹੜਾ ਉਹ ਵਰਤਦੀ ਸੀ। ਪ੍ਰਸ਼ਨ 4, ਸੁਰਜੀਤ ਦੇ ਵਿਹਾਰ ਵਿੱਚ ਪਹਿਲਾਂ ਨਾਲੋਂ ਤਬਦੀਲੀ ਕਿਵੇਂ ਆਈ? ਉਹ ਪਹਿਲਾਂ ਕਿਵੇਂ ਦਾ ਵਿਵਹਾਰ ਕਰ ਰਹੀ ਸੀ ਤੇ ਜਦੋਂ ਉਸ ਨੂੰ ਕੁਝ ਇਸਤਰੀਆਂ ਵੱਲੋਂ, ਉਸ ਔਰਤ ਵੱਲੋਂ ਸਮਝਾਇਆ ਗਿਆ, ਕਿਹਾ ਗਿਆ ਤਾਂ ਉਹਦੇ ਸੁਭਾਅ ਦੇ ਵਿੱਚ ਕਿਵੇਂ ਤਬਦੀਲੀ ਆਈ? ਇਸ ਨੂੰ ਵੀ ਤੁਸੀਂ ਆਪਣੀ ਸਮਝ ਮੁਤਾਬਕ ਲਿਖਣਾ ਹੈ। ਪ੍ਰਸ਼ਨ 5, ਤੁਸੀਂ ਆਪਣੇ ਆਪ ਨੂੰ ਇਸ ਨਾਟਕ ਕਥਾ ਦੇ ਕਿਹੜੇ ਪਾਤਰ ਦੇ ਸਭ ਤੋਂ ਨੇੜੇ ਮਹਿਸੂਸ ਕਰਦੇ ਹੋ ਤੇ ਕਿਉਂ? ਹਾਂਜੀ, ਤੁਸੀਂ ਇਸ ਦਾ ਜਵਾਬ ਖੁਦ ਦੇਣਾ ਹੈ। ਕਿਹੜਾ ਪਾਤਰ ਆ ਜਿਹਨੂੰ ਤੁਸੀਂ ਸਭ ਤੋਂ ਆਪਣੇ ਕਲੋਜ਼ ਸਮਝਦੇ ਹੋ, ਆਪਣੇ ਨੇੜੇ ਸਮਝਦੇ ਹੋ, ਤੇ ਉਸ ਦਾ ਜਵਾਬ ਤੁਸੀਂ ਦੇਣਾ ਹੈ। ਇਹ ਸੀ ਤੁਹਾਡੀ ਨਾਟਕ ਕਥਾ। ਮੈਨੂੰ ਕੁੱਖ ਵਿੱਚ ਕਤਲ ਕਰਾਵੇ ਨਾ, ਮਾਏ ਨੀ ਗੈਰ ਕਮਾਵੇ ਨਾ, ਹਾਏ ਨੀ ਮਾਰ ਮੁਕਾਵੇ ਨਾ, ਮੈਂ ਤੀਤਿਆਨੀਆਂ ਮੈਨੂੰ ਛੁਰੀਆਂ ਨਾਲ ਕਟਾਵੇ ਨਾ, ਮੈਂ ਤੀਤਿਆਨੀਆਂ ਮੈਨੂੰ ਛੁਰੀਆਂ ਨਾਲ ਕਟਾਵੇ ਨਾ।
ਆਲਣ ਦੇ ਇੱਕ ਸਾਂਝ ਜਗਤ ਨਾਲ ਪਾਲਣ ਦੇ ਮੈਨੂੰ ਦੁਨੀਆ ਦੇ ਵਿੱਚ ਆਲਣ ਦੇ ਇੱਕ ਸਾਂਝ ਜਗਤ ਨਾਲ ਪਾਲਣ ਦੇ ਕੋਈ ਤਾਂ ਸੁਖ ਦਾ ਸਾਲਣ ਦੇ ਮੈਂ ਧੀ ਧਿਆਨੀਆਂ ਗੋਦੀ ਦਾ ਨਿੱਘ ਹੰਡਾਲਣ ਦੇ ਮੈਂ ਧੀ ਧਿਆਨੀਆਂ ਗੋਦੀ ਦਾ ਨਿੱਘ ਹੰਡਾਲਣ ਦੇ ਮੈਂ ਧੀ ਧਿਆਨੀਆਂ ਦੋ ਚਾਰ ਜਮਾਤਾਂ ਭਰ ਲੈਣ ਦੇ ਮੈਨੂੰ ਪਾਠਸ਼ਾਲਾ ਵਿੱਚ ਵੜਨ ਦੇ ਦੋ ਚਾਰ ਜਮਾਤਾਂ ਭਰ ਲੈਣ ਦੇ ਮੈਨੂੰ ਪਾਠਸ਼ਾਲਾ ਵਿੱਚ ਵੜਨ ਦੇ ਕੋਈ ਸਰਦਾ ਹੈ ਤੇ ਸੜਨ ਦੇ ਮੈਂ ਧੀ ਧਿਆਨੀਆਂ ਮੌਜਾਂ ਪੂਰੀਆਂ ਕਰ ਲੈਣ ਦੇ ਮੈਂ ਧੀ ਧਿਆਨੀਆਂ ਦੋ ਰੀਝਾਂ ਪੂਰੀਆਂ ਕਰ ਲੈਣ ਦੇ ਮੈਂ ਧੀ ਧਿਆਨੀਆਂ ਤੇਰਾ ਕੰਮ ਵਿੱਚ ਹੱਥ ਵੰਡਾਵਾਂਗੀ ਤੂੰ ਜੋ ਦੇਵੇਂਗੀ ਖਾਵਾਂਗੀ ਤੇਰਾ ਕੰਮ ਵਿੱਚ ਹੱਥ ਵੰਡਾਵਾਂਗੀ ਤੂੰ ਜੋ ਦੇਵੇਂਗੀ ਖਾਵਾਂਗੀ ਜਿੱਥੇ ਤੋਰੇਂਗੀ ਤੁਰ ਜਾਵਾਂਗੀ ਮੈਂ ਧੀ ਧਿਆਨੀਆਂ ਜਿੱਥੇ ਤੋਰੇਂਗੀ ਤੁਰ ਜਾਵਾਂਗੀ ਮੈਂ ਧੀ ਧਿਆਨੀਆਂ ਮੈਂ ਤੇਰਾ ਮਾਨ ਵਧਾਵਾਂਗੀ ਮੈਂ ਧੀ ਧਿਆਨੀਆਂ ਮੈਂ ਤੇਰਾ ਮਾਨ ਵਧਾਵਾਂਗੀ ਮੈਂ ਧੀ ਧਿਆਨੀਆਂ ਮੇਰੇ ਸਿਰ ਤੋਂ ਚੁੰਨੀ ਲੱਥੂ ਨਾ ਤੇਰੀ ਧੀ ਬਾਰ ਵੱਲ ਤੱਕੂ ਨਾ ਮੇਰੇ ਸਿਰ ਤੋਂ ਚੁੰਨੀ ਲੱਥੂ ਨਾ ਤੇਰੀ ਧੀ ਬਾਰ ਵੱਲ ਤੱਕੂ ਨਾ ਕੋਈ ਤੈਨੂੰ ਤਾਨੇ ਕੱਸੂ ਨਾ ਮੈਂ ਧੀ ਧਿਆਨੀਆਂ ਗੈਰਾਂ ਦੇ ਹਾਸੇ ਹੱਸੂ ਨਾ ਮੈਂ ਧੀ ਧਿਆਨੀਆਂ ਗੈਰਾਂ ਦੇ ਹਾਸੇ ਹੱਸੂ ਨਾ ਮੈਂ ਧੀ ਧਿਆਨੀਆਂ ਪ੍ਰਗਟ ਨੂੰ ਵੀਰਾ ਕਹਿ ਲੈਣ ਦੇ ਮੈਨੂੰ ਬਾਪੂ ਦੇ ਕੋਲ ਬਹਿਲਣ ਦੇ ਪ੍ਰਗਟ ਨੂੰ ਵੀਰਾ ਕਹਿ ਲੈਣ ਦੇ ਮੈਨੂੰ ਬਾਪੂ ਦੇ ਕੋਲ ਬਹਿਲਣ ਦੇ ਮੈਨੂੰ ਪਿੰਡ ਬੰਡਾਲੇ ਰਹਿ ਲੈਣ ਦੇ ਮੈਂ ਧੀ ਧਿਆਨੀਆਂ
ਪਿਆਰੇ ਵਿਦਿਆਰਥੀਓ, ਜੇਕਰ ਅਸੀਂ ਪਹਿਲੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਧੀਆਂ ਨੂੰ ਪੜ੍ਹਾਈ ਦੇ ਕੰਮ ਕਰਨ ਦੇ ਜ਼ਿਆਦਾ ਮੌਕੇ ਨਹੀਂ ਦਿੱਤੇ ਜਾਂਦੇ ਸਨ। ਧੀਆਂ ਨੂੰ ਹਮੇਸ਼ਾ ਹੀ ਇਹ ਕਿਹਾ ਜਾਂਦਾ ਸੀ ਕਿ ਧੀਓ ਤੁਸੀਂ ਇਕੱਲੀਆਂ ਬਾਹਰ ਨਾ ਜਾਇਓ। ਪਰ ਇਹ ਪਹਿਲੇ ਸਮੇਂ ਦੀ ਗੱਲ ਹੈ। ਜੇ ਅਸੀਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਧੀਆਂ ਨੇ ਹਰ ਖੇਤਰ ਵਿੱਚ, ਬੇਸ਼ੱਕ ਉਹ ਪੜ੍ਹਾਈ ਦਾ ਖੇਤਰ ਹੈ, ਰਾਜਨੀਤੀ ਖੇਤਰ ਹੈ, ਕੋਈ ਵੀ ਸਮਾਜਿਕ ਸੱਭਿਆਚਾਰਕ ਹਰ ਖੇਤਰ ਦੇ ਵਿੱਚ ਬਹੁਤ ਨਾਮ ਰੋਸ਼ਨ ਕੀਤਾ ਹੈ। ਤੇ ਇਹਨਾਂ ਸ਼ਖਸੀਅਤਾਂ ਵਿੱਚੋਂ ਹੀ ਕਿਰਨ ਬੇਦੀ, ਕਲਪਨਾ ਚਾਵਲਾ, ਪੀਟੀ ਊਸ਼ਾ, ਅੰਮ੍ਰਿਤਾ ਪ੍ਰੀਤਮ, ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹੋਈਆਂ ਹਨ ਜਿਨ੍ਹਾਂ ਨੇ ਜੀਵਨ ਦੇ ਵਿੱਚ ਮਿਹਨਤ ਕਰਕੇ ਤੇ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਜੇਕਰ ਅਸੀਂ ਹੁਣ ਦੀ ਗੱਲ ਕਰੀਏ, ਮਾਂ-ਬਾਪ ਪੜ੍ਹੇ ਲਿਖੇ ਹਨ, ਉਹ ਧੀਆਂ ਤੇ ਪੁੱਤਰਾਂ ਨੂੰ ਬਰਾਬਰ ਦੇ ਮੌਕੇ ਦਿੰਦੇ ਹਨ ਤੇ ਧੀਆਂ ਵੀ ਇਹਨਾਂ ਮੌਕਿਆਂ ਦੀ ਸੰਭਾਲ ਕਰਕੇ ਆਪਣੇ ਜੀਵਨ ਦੇ ਵਿੱਚ ਬੜੇ ਉੱਚੇ ਮੁਕਾਮ ਤੇ ਪਹੁੰਚ ਗਈਆਂ ਹਨ। ਹਮੇਸ਼ਾ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਧੀਆਂ ਮਾਪਿਆਂ ਦਾ ਦੁੱਖ ਵਡਾਉਂਦੀਆਂ ਹਨ, ਉਹਨਾਂ ਦੀ ਹਰ ਦੁੱਖ ਸੁੱਖ ਦੇ ਵਿੱਚ, ਹਰ ਪੱਖ ਦੇ ਵਿੱਚ ਉਹਨਾਂ ਦੇ ਨਾਲ ਹੱਥ ਵਡਾਉਂਦੀਆਂ ਵਾ। ਜੇਕਰ ਧੀਆਂ ਤੇ ਪੁੱਤਰਾਂ ਦੀ ਗੱਲ ਕਰੀਏ ਤੇ ਅੱਜ ਹਰ ਖੇਤਰ ਦੇ ਵਿੱਚ ਧੀਆਂ ਪੁੱਤਰਾਂ ਨੇ ਬਹੁਤ ਸਾਰੇ ਅਜਿਹੇ ਮੁਕਾਮ ਹਾਸਲ ਕੀਤੇ ਹਨ। ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਤੇ ਸਾਨੂੰ ਵੀ ਇਹਨਾਂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਸਕਾਰਾਤਮਕ ਚੰਗੀ ਸੋਚ ਨੂੰ ਅਪਣਾ ਕੇ ਧੀਆਂ ਪ੍ਰਤੀ ਆਪਣੇ ਵਿਚਾਰਾਂ ਨੂੰ ਚੰਗੀ ਸੋਚ ਪ੍ਰਤੀ ਲੈ ਕੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਹਰ ਕੰਮ ਕਰਨ ਦੇ, ਹਰ ਖੇਤਰ ਦੇ ਵਿੱਚ ਮੌਕੇ ਦੇਣੇ ਚਾਹੀਦੇ ਹਨ। ਜੇਕਰ ਅਸੀਂ ਧੀਆਂ ਤੇ ਪੁੱਤਰਾਂ ਨੂੰ ਪੂਰਾ ਬਣਦਾ ਮਾਣ ਸਤਿਕਾਰ ਦੇਵਾਂਗੇ ਤਾਂ ਹੀ ਸਾਡਾ ਸਮਾਜ ਤਰੱਕੀ ਕਰ ਸਕੇਗਾ। ਤੇ ਅੱਜ ਹਰ ਖੇਤਰ ਦੇ ਵਿੱਚ ਇਹਨਾਂ ਨੂੰ, ਧੀਆਂ ਨੂੰ ਬਰਾਬਰ ਦੇ ਮੌਕੇ ਮਿਲ ਰਹੇ ਹਨ। ਤੇ ਸੋ ਧੀਆਂ ਨੂੰ ਜੋ ਉਹਨਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਉਸ ਵਖਰੇਵੇਂ ਨੂੰ ਨਾ ਘਟੇ ਦੂਰ ਕਰਨ ਦੇ ਲਈ ਇੱਕ ਚੰਗੀ ਸੋਚ ਅਪਣਾ ਕੇ ਇਸ ਵਿੱਚ ਸਾਡਾ ਸਮਾਜ, ਸਾਡਾ ਵਿਦਿਆਰਥੀ, ਸਾਡੀ ਨੌਜਵਾਨ ਪੀੜ੍ਹੀ, ਸਾਡਾ ਬੁੱਧੀਜੀਵੀ ਵਰਗ ਹਰ ਇੱਕ ਨੂੰ ਹੰਭਲਾ ਮਾਰਨਾ ਪਵੇਗਾ ਤੇ ਤਾਂ ਹੀ ਅਸੀਂ ਧੀਆਂ ਨੂੰ ਬਣਦਾ ਮਾਣ ਸਤਿਕਾਰ ਦੇ ਸਕਦੇ ਹਾਂ। ਜੇ ਪੁੱਤਰ ਮਿੱਠੇ ਮੇਵੇ ਹਨ ਤਾਂ ਧੀਆਂ ਵੀ ਮਿਸਰੀ ਦੀਆਂ ਡਲੀਆਂ ਹਨ। ਸਾਨੂੰ ਧੀਆਂ ਪ੍ਰਤੀ ਸਕਾਰਾਤਮਕ ਸੋਚ ਅਪਣਾਉਣੀ ਚਾਹੀਦੀ ਹੈ। ਉਹਨਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਪੂਰੇ ਮੌਕੇ ਦੇਣੇ ਚਾਹੀਦੇ ਹਨ। ਸੋ ਬੱਚਿਓ, ਆਓ ਹੁਣ ਅਸੀਂ ਆਪਣੀ ਵਰਕਸ਼ੀਟ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਇਹ ਕਥਨ ਇਸ ਪ੍ਰਕਾਰ ਹਨ। ਸਭ ਤੋਂ ਪਹਿਲਾਂ, ਕੁੜੀ ਨਾਲੋਂ ਮੁੰਡੇ ਦਾ ਜਨਮ ਹੋਣਾ ਜ਼ਿਆਦਾ ਜ਼ਰੂਰੀ ਹੈ। ਕੀ ਇਹ ਗੱਲ ਸਹੀ ਹੈ? ਮੁੰਡੇ ਦਾ ਜਨਮ ਹੋਣਾ ਜ਼ਿਆਦਾ ਜ਼ਰੂਰੀ ਹੈ ਤੇ ਕੁੜੀ ਦਾ ਘੱਟ? ਨਹੀਂ, ਦੋਨਾਂ ਦੇ ਨਾਲ ਹੀ ਸਮਾਜ ਚੱਲਦਾ ਹੈ। ਤੁਸੀਂ ਆਪਣੀ ਸਮਝ ਦੇ ਨਾਲ ਇਸ ਸ਼ੀਟ ਦੇ ਉੱਤੇ ਨਿਸ਼ਾਨ ਲਗਾਉਣਾ ਹੈ ਵੀ ਸਹੀ ਹੈ ਜਾਂ ਗਲਤ ਹੈ। ਸਿਰਫ ਲੜਕਾ ਹੀ ਬਜ਼ੁਰਗ ਮਾਂ-ਬਾਪ ਦੀ ਸੇਵਾ ਕਰ ਸਕਦਾ ਹੈ। ਕੀ ਇਹ ਗੱਲ ਸਹੀ ਹੈ? ਲੜਕਾ ਹੀ ਮਾਂ-ਬਾਪ ਦੀ ਸੇਵਾ ਕਰ ਸਕਦਾ ਹੈ? ਨਹੀਂ, ਹੁਣ ਉਹ ਸਮਾਂ ਨਹੀਂ ਰਿਹਾ। ਧੀਆਂ ਵੀ ਆਪਣੇ ਮਾਂ-ਬਾਪ ਦੀ ਸੇਵਾ ਕਰ ਸਕਦੀਆਂ ਹਨ। ਨੰਬਰ 3 ਉੱਪਰ ਹੈ, ਮਰਦ ਪ੍ਰਾਪਰਟੀ, ਜਾਇਦਾਦ ਜਾਂ ਜ਼ਮੀਨ ਦੇ ਮਾਲਕ ਬਣਨ ਲਈ ਔਰਤਾਂ ਨਾਲੋਂ ਜ਼ਿਆਦਾ ਯੋਗ ਹਨ। ਦੋਨੋਂ ਹੀ ਯੋਗ ਹਨ, ਭਾਵੇਂ ਉਹ ਧੀ ਆ, ਮਰਦ ਆ, ਔਰਤ ਆ, ਦੋਨੋਂ ਹੀ ਇਸ ਜ਼ਮੀਨ ਜਾਇਦਾਦ ਦੇ ਮਾਲਕ ਬਣਨ ਦੇ ਯੋਗ ਹਨ। ਤੇ ਤੁਸੀਂ ਆਪਣੀ ਸਮਝ ਦੇ ਨਾਲ ਕੀ ਲਗਾਓਗੇ? ਸਹੀ ਗਲਤ ਦੇ ਉੱਤੇ ਨਿਸ਼ਾਨ ਲਗਾਓਗੇ। ਲੜਕੇ ਲੜਕੀਆਂ ਨਾਲੋਂ ਜ਼ਿਆਦਾ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਨੰਬਰ 4 ਉੱਪਰ ਕੀ ਆ? ਲੜਕੇ ਲੜਕੀਆਂ ਨਾਲੋਂ ਜ਼ਿਆਦਾ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਬੱਚਿਓ, ਬੇਸ਼ੱਕ ਲੜਕਾ ਬੇਸ਼ੱਕ ਲੜਕੀ ਆ, ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਦੋਨਾਂ ਨੂੰ ਬਰਾਬਰ ਹਨ ਤੇ ਹਮੇਸ਼ਾ ਹੋਣੇ ਵੀ ਚਾਹੀਦੇ ਹਨ। ਨੰਬਰ 5 ਉੱਪਰ, ਕੁੜੀਆਂ ਦੇ ਮੁਕਾਬਲੇ ਮੁੰਡਿਆਂ ਦੀ ਪੜ੍ਹਾਈ ਤੇ ਖਰਚ ਕੀਤੇ ਗਏ ਪੈਸੇ ਵੱਧ ਲਾਹੇਵੰਦ ਹੁੰਦੇ ਹਨ। ਇਹ ਸਾਡੀ ਕੀ ਧਾਰਨਾ ਬਣੀ ਹੈ ਵੀ ਜੇਕਰ ਅਸੀਂ ਮੁੰਡੇ ਨੂੰ ਵੱਧ ਪੈਸੇ ਖਰਚ ਕਰਕੇ ਚੰਗੀ ਐਜੂਕੇਸ਼ਨ ਦਿੰਦੇ ਆ ਤੇ ਉਹਦਾ ਸਾਨੂੰ ਜ਼ਿਆਦਾ ਫਾਇਦਾ ਵਾ, ਜਦੋਂ ਕਿ
ਧੀਆਂ ਨੂੰ ਵੀ ਅਸੀਂ ਪੜ੍ਹਾਵਾਂਗੇ ਤੇ ਸਾਨੂੰ ਓਨਾ ਹੀ ਫਾਇਦਾ ਹੈ। ਐਜੂਕੇਸ਼ਨ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੈ। ਤੁਸੀਂ ਆਪਣੀ ਸਮਝ ਨਾਲ ਹੀ ਸਭ ਦੇ ਉੱਤਰ ਦੇਣੇ ਆ, ਸਹੀ ਗਲਤ ਦੇ। ਨੰਬਰ 6 ਉੱਪਰ ਹੈ, ਅੱਜ ਕੱਲ ਔਰਤ ਤੇ ਮਰਦ ਨੇ ਇੱਕੋ ਜਿਹੀ ਪੜ੍ਹਾਈ ਕੀਤੀ ਹੈ ਤੇ ਉਹਨਾਂ ਦੀ ਤਨਖਾਹ ਵੀ ਇੱਕੋ ਜਿਹੀ ਹੈ। ਬਿਲਕੁਲ ਸਹੀ ਹੈ। ਨੰਬਰ 7 ਉੱਪਰ ਹੈ, ਮੁੰਡਿਆਂ ਅਤੇ ਕੁੜੀਆਂ ਨੂੰ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ। ਤੁਸੀਂ ਦੱਸਣਾ ਹੈ ਆਪਣੀ ਸਮਝ ਮੁਤਾਬਕ ਕਿ ਕੁੜੀਆਂ ਤੇ ਮੁੰਡਿਆਂ ਨੂੰ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ ਜਾਂ ਨਹੀਂ। ਮੈਨੂੰ ਉਮੀਦ ਹੈ ਕਿ ਤੁਸੀਂ ਜੋ ਮੈਂ ਕਥਨ ਤੁਹਾਡੇ ਸਾਹਮਣੇ ਦਿੱਤੇ ਹਨ ਚੰਗੀ ਤਰ੍ਹਾਂ ਇਹਨਾਂ ਨੂੰ ਸਮਝ ਗਏ ਹੋਵੋਗੇ। ਪੂਰੀ ਸਮਝ ਦੇ ਨਾਲ ਇਹਨਾਂ ਦੇ ਤੁਸੀਂ ਸਹੀ ਗਲਤ ਨੂੰ ਚੁਣਨਾ ਹੈ ਤੇ ਆਪਣੀ ਸਮਝ ਦੇ ਵਿੱਚ ਇਹਨਾਂ ਨੂੰ ਧਾਰਨਾ ਹੈ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਮਾਜ ਵਿੱਚ ਧੀ ਤੇ ਪੁੱਤਰ ਨੂੰ ਬਰਾਬਰ ਦੇ ਮੌਕੇ ਮਿਲਦੇ ਹਨ, ਬਰਾਬਰ ਦੇ ਮੌਕੇ ਦਿੱਤੇ ਜਾਂਦੇ ਹਨ ਤੇ ਦੇਣੇ ਬਣਦੇ ਵੀ ਹਨ। ਤੇ ਧੀਆਂ ਨੇ ਮਿਹਨਤ ਕਰਕੇ ਪੁੱਤਾਂ ਨਾਲੋਂ ਵੀ ਵੱਧ ਨਾਮ ਰੋਸ਼ਨ ਕੀਤਾ ਹੈ। ਤੇ ਤੁਸੀਂ ਹਮੇਸ਼ਾ ਹੀ ਮਹਾਨ ਸ਼ਖਸੀਅਤਾਂ ਬਾਰੇ ਪੜ੍ਹਦੇ ਰਹਿੰਦੇ ਹੋ ਤੇ ਅੱਜ ਤੁਹਾਨੂੰ ਕੁਝ ਤਸਵੀਰਾਂ ਦਿੱਤੀਆਂ ਗਈਆਂ ਹਨ। ਤੁਸੀਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਇਹਨਾਂ ਬਾਰੇ, ਇਹਨਾਂ ਨੇ ਕਿਹੜੇ ਖੇਤਰ ਵਿੱਚ ਨਾਮਣਾ ਖੱਟਿਆ ਹੈ ਤੇ ਆਪਣੇ ਦੇਸ਼ ਦਾ, ਆਪਣੇ ਸਮਾਜ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ, ਇਹਨਾਂ ਬਾਰੇ ਤੁਸੀਂ ਆਪਣੀ ਸਮਝ ਦੇ ਨਾਲ ਚੰਗੀ ਤਰ੍ਹਾਂ ਜਵਾਬ ਦੇਣੇ ਹਨ। ਇਹਨਾਂ ਵਿੱਚ ਤੁਹਾਨੂੰ ਕਾਫੀ ਤਸਵੀਰਾਂ ਦਿੱਤੀਆਂ ਗਈਆਂ ਹਨ ਤੇ ਤੁਸੀਂ ਇਹਦੇ ਬਾਰੇ ਆਪਣੇ ਵਿਚਾਰ ਜਿਹੜੇ ਆ ਦੇਣੇ ਹਨ ਕਿ ਇਹਨਾਂ ਹਸਤੀਆਂ ਦਾ ਨਾਮ ਕੀ ਹੈ ਤੇ ਕਿਹੜੇ ਖੇਤਰ ਦੇ ਵਿੱਚ ਇਹਨਾਂ ਨੇ ਇਹਨਾਂ ਨਾਮ ਖੱਟਿਆ ਹੈ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਅਸੀਂ ਜਾਣ ਚੁੱਕੇ ਹਾਂ ਕਿ ਧੀਆਂ ਤੇ ਪੁੱਤਰ ਬਰਾਬਰ ਹਨ ਤੇ ਹਮੇਸ਼ਾ ਹੀ ਉਹਨਾਂ ਨੂੰ ਬਰਾਬਰਤਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ। ਅਸੀਂ ਦੇਖਦੇ ਹਾਂ ਕਿ ਦੋਨਾਂ ਨੂੰ ਹੀ ਬਰਾਬਰਤਾ ਦੇ ਮੌਕੇ ਜਿਹੜੇ ਆ ਉਹ ਮਿਲਣੇ ਚਾਹੀਦੇ ਹਨ। ਅਸੀਂ ਹੁਣ ਕੁਝ ਸੁਝਾਅ ਦਿੱਤੇ ਹਨ ਲਿੰਗਿਕ ਬਦਸਲੂਕੀ ਸੰਬੰਧੀ। ਤੁਸੀਂ ਬੱਚਿਓ ਇਹਨਾਂ ਸੁਝਾਵਾਂ ਨੂੰ ਆਪਣੀ ਕਾਪੀ ਉੱਪਰ ਵੀ ਨੋਟ ਕਰਨਾ ਹੈ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਇਹਨਾਂ ਨੂੰ ਅਮਲੀ ਜਾਮਾ ਪਹਿਨਾ ਕੇ ਆਪਣੇ ਜੀਵਨ ਦੇ ਵਿੱਚ ਅਮਲੀ ਤੌਰ ਤੇ ਅਪਣਾ ਕੇ ਫਿਰ ਹੀ ਕੁਝ ਨਵਾਂ ਜਿਹੜਾ ਵਾ ਉਹ ਸਿਰਜ ਸਕਦੇ ਹੋ। ਲਿੰਗਿਕ ਬਦਸਲੂਕੀ ਨੂੰ ਰੋਕਣ ਲਈ ਸੁਝਾਅ ਕਿਹੜੇ ਹਨ, ਇਹਨਾਂ ਤੇ ਅਸੀਂ ਵਿਚਾਰ ਕਰਦੇ ਹਾਂ। ਸਭ ਤੋਂ ਪਹਿਲੇ, ਸਮਾਜ ਵਿੱਚ ਬਰਾਬਰ ਸਮਾਨਤਾ ਦੇ ਮੌਕੇ ਦੇਣੇ। ਪਿਆਰੇ ਬੱਚਿਓ, ਬੇਸ਼ੱਕ ਔਰਤਾਂ ਮਰਦਾਂ ਦੋਨਾਂ ਨੂੰ ਹੀ ਸਮਾਜ ਵਿੱਚ ਰਹਿੰਦੇ ਹੋਏ ਹਰ ਮੌਕਾ ਜਿਹੜਾ ਵਾ ਉਹ ਬਰਾਬਰ ਮਿਲਣਾ ਚਾਹੀਦਾ ਹੈ ਤੇ ਸਭ ਨੂੰ ਦੇਣਾ ਵੀ ਚਾਹੀਦਾ ਹੈ। ਜੇ ਅਸੀਂ ਗੱਲ ਕਰਦੇ ਹਾਂ ਵਿੱਦਿਆ ਪ੍ਰਾਪਤੀ ਜਿਹੜੀ ਆ ਇਹ ਸਭ ਲਈ ਜ਼ਰੂਰੀ ਆ ਕਿਉਂਕਿ ਵਿੱਦਿਆ ਹੀ ਇੱਕ ਅਸਲੀ ਗਹਿਣਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਧੀਆਂ ਨੂੰ ਵੀ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ। ਉਹਨਾਂ ਨੂੰ ਉੱਚ ਵਿੱਦਿਆ ਤੱਕ ਪਹੁੰਚਾਉਣ ਦੇ ਲਈ ਅਗਾਂਹ ਵਧੂ ਸੋਚ ਲੈ ਕੇ ਤੇ ਹਰੇਕ ਕਿਸਮ ਦੀ ਜਿਹੜੀ ਵਿੱਦਿਆ ਪ੍ਰਾਪਤੀ ਦੇ ਮੌਕੇ ਮਿਲਣੇ ਚਾਹੀਦੇ ਹਨ। ਜਾਇਦਾਦ ਵਿੱਚ ਬਰਾਬਰ ਹਿੱਸੇਦਾਰੀ। ਜੇਕਰ ਔਰਤ ਆਪਣੇ ਮਾਂ-ਬਾਪ ਦੀ ਜਾਇਦਾਦ ਵਿੱਚ ਬਰਾਬਰ ਦੀ ਹਿੱਸੇਦਾਰ ਹੋਵੇਗੀ ਤੇ ਉਸ ਦਾ ਭਵਿੱਖ ਜਿਹੜਾ ਵਾ ਹਮੇਸ਼ਾ ਹੀ ਵਧੀਆ ਰਹੇਗਾ। ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੇ ਬਰਾਬਰ ਦੀ ਹਿੱਸੇਦਾਰੀ ਜਿਹੜੀ ਉਹ ਮਿਲਣੀ ਜ਼ਰੂਰੀ ਹੈ। ਅਸੀਂ ਅੱਗੇ ਗੱਲ ਕਰਦੇ ਹਾਂ ਕੰਮ-ਕਾਜ ਵਿੱਚ ਬਰਾਬਰਤਾ ਦੇਣੀ। ਕੰਮ ਕਿਸੇ ਵੀ ਖੇਤਰ ਵਿੱਚ ਹੋਵੇ, ਔਰਤ ਨੂੰ ਮਰਦ ਦੇ ਬਰਾਬਰ ਕੰਮ ਦੇ ਵਿੱਚ ਉਸ ਨੂੰ ਸਮਾਨਤਾ ਦੇਣੀ ਚਾਹੀਦੀ ਹੈ। ਕਿਹੜਾ ਕੰਮ ਹੈ ਜਿਹੜਾ ਅੱਜ ਔਰਤਾਂ ਨਹੀਂ ਕਰ ਸਕਦੀਆਂ? ਇਸ ਕਰਕੇ ਔਰਤ ਨੂੰ ਵੀ ਮਰਦ ਦੇ ਬਰਾਬਰ ਹਰ ਕੰਮ ਦੇ ਵਿੱਚ ਬਰਾਬਰਤਾ ਮਿਲਣੀ ਚਾਹੀਦੀ ਹੈ। ਇਹ ਵੀ ਇੱਕ ਵਧੀਆ ਗੱਲ ਹੋਵੇਗੀ। ਜੇ ਅਸੀਂ ਅੱਗੇ ਗੱਲ ਕਰਦੇ ਹਾਂ ਔਰਤਾਂ ਦੀ ਸੁਰੱਖਿਅਤਾ ਨੂੰ ਯਕੀਨੀ ਬਣਾਉਣ ਲਈ, ਬਿਲਕੁਲ ਸਾਡੇ ਸਮਾਜ ਵਿੱਚ ਜੇ ਔਰਤ ਸੇਫ ਹੋਏਗੀ ਤਾਂ ਫਿਰ ਹੀ ਉਹ ਸਮਾਜ ਦੇ ਵਿੱਚ ਤਰੱਕੀ ਕਰ ਸਕਦੀ ਹੈ। ਉਸ ਨੂੰ ਕਿਸੇ ਸਮੇਂ ਵੀ ਦਿਨ ਰਾਤ ਕਿਤੇ ਵੀ ਜਾਣ ਦੀ ਲੋੜ ਪਵੇ ਤਾਂ ਉਸ ਦਾ ਜਿਹੜਾ ਸੁਰੱਖਿਅਤ ਜਿਹੜੀ ਆ ਉਹਨੂੰ ਯਕੀਨੀ ਬਣਾਉਣੀ ਜ਼ਰੂਰੀ ਹੈ, ਤਾਂ ਹੀ ਉਹ ਚੰਗੇ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵਿਚਰ ਸਕਦੀ ਹੈ। ਜੇ ਅਸੀਂ ਅੱਗੇ ਗੱਲ ਕਰਦੇ ਹਾਂ ਦਾਜ ਪ੍ਰਥਾ,
ਦਾਜ ਪ੍ਰਥਾ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ। ਜੇਕਰ ਇਸ ਦੇ ਉੱਤੇ ਪੂਰਨ ਤੌਰ ਤੇ ਰੋਕ ਲੱਗ ਜਾਏ, ਇਸ ਨੂੰ ਖਤਮ ਕਰ ਦਿੱਤਾ ਜਾਵੇ, ਨਾ ਦਾਜ ਲਿਆ ਜਾਏ ਨਾ ਦਾਜ ਦਿੱਤਾ ਜਾਵੇ, ਤਾਂ ਇਸ ਨਾਲ ਵੀ ਔਰਤਾਂ ਦੇ ਭਵਿੱਖ ਦੇ ਵਿੱਚ ਬਹੁਤ ਹੀ ਸ਼ਲਾਘਾਯੋਗ ਕਦਮ ਹੋਏਗਾ। ਉਹਨਾਂ ਦਾ ਭਵਿੱਖ ਜਿਹੜਾ ਵਾ ਉਹ ਵਧੀਆ ਬਣੇਗਾ। ਇਸ ਨਾਲ ਕੀ ਹੋਵੇਗਾ ਕਿ ਜਿੰਨਾ ਖਰਚ ਧੀ ਨੂੰ ਪੜ੍ਹਾਉਣ ਤੇ ਹੁੰਦਾ ਜਾਂ ਪੁੱਤ ਨੂੰ ਪੜ੍ਹਾਉਣ ਤੇ ਹੁੰਦਾ, ਜੇ ਦੋਨਾਂ ਨੂੰ ਬਰਾਬਰ ਐਜੂਕੇਸ਼ਨ ਦਿੱਤੀ ਜਾਏਗੀ, ਇਹੋ ਜਿਹੇ ਕੰਮ ਜਿਹੜੇ ਆ ਖਤਮ ਹੋਣਗੇ ਤੇ ਇਸ ਨਾਲ ਵੀ ਜਿਹੜਾ ਔਰਤਾਂ ਦਾ ਭਵਿੱਖ ਜਿਹੜਾ ਉਹ ਉਜਵਲ ਬਣੇਗਾ। ਅੱਗੇ ਅਸੀਂ ਗੱਲ ਕਰਦੇ ਹਾਂ ਭਰੂਣ ਹੱਤਿਆ ਦੇ। ਭਰੂਣ ਹੱਤਿਆ ਤੇ ਮੁਕੰਮਲ ਪਾਬੰਦੀ ਲਗਾਉਣੀ ਚਾਹੀਦੀ ਹੈ। ਜੋ ਵੀ ਇਸ ਸੰਬੰਧੀ ਲਿੰਗ ਨਿਰਧਾਰਤ ਟੈਸਟ ਹੁੰਦੇ ਹਨ, ਇਹ ਨਹੀਂ ਹੋਣੇ ਚਾਹੀਦੇ ਤੇ ਔਰਤਾਂ ਨੂੰ ਸਮਾਜ ਦੇ ਵਿੱਚ ਜੇ ਔਰਤਾਂ ਪੈਦਾ ਹੋਣਗੀਆਂ, ਲੜਕੀਆਂ ਪੈਦਾ ਹੋਣਗੀਆਂ, ਫਿਰ ਹੀ ਲੜਕੀ ਤੇ ਲੜਕੇ ਦਾ ਜਿਹੜੇ ਬਰਾਬਰਤਾ ਬਣੀ ਰਹੇਗੀ ਤੇ ਸਮਾਜ ਜਿਹੜਾ ਵਾ ਫਿਰ ਹੀ ਵਧੀਆ ਤਰੀਕੇ ਦੇ ਨਾਲ ਚੱਲ ਸਕਦਾ ਹੈ। ਸੋ ਬੱਚਿਓ, ਸਾਨੂੰ ਲਿੰਗ ਬਦਸਲੂਕੀ ਨੂੰ ਰੋਕਣ ਲਈ ਇਹਨਾਂ ਸੁਝਾਵਾਂ ਨੂੰ ਆਪਣੀ ਜ਼ਿੰਦਗੀ 'ਚ ਪਾਉਣਾ ਚਾਹੀਦਾ ਹੈ। ਨਵੀਂ ਪੀੜ੍ਹੀ ਨੂੰ ਸਭ ਨੂੰ ਮਿਲ ਕੇ ਇਹਨਾਂ ਸੁਝਾਵਾਂ ਤੇ ਅਮਲ ਕਰਕੇ ਤੇ ਇੱਕ ਚੰਗੇ ਭਵਿੱਖ ਦੀ ਸਿਰਜਣਾ ਜਿਹੜੀ ਹੈ ਉਸ ਨੂੰ ਕਰਨਾ ਚਾਹੀਦਾ। ਪਿਆਰੇ ਵਿਦਿਆਰਥੀਓ, ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਲੱਗ ਗਈ ਹੋਏਗੀ ਕਿ ਸਾਨੂੰ ਸਮਾਜ ਵਿੱਚ ਰਹਿੰਦੇ ਹੋਏ ਧੀ ਤੇ ਪੁੱਤਰ ਦੇ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ, ਨਾ ਹੀ ਸਮਝਣਾ ਚਾਹੀਦਾ ਹੈ ਤੇ ਹਮੇਸ਼ਾ ਹੀ ਸਭ ਨੂੰ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਹੈ। ਤਾਂ ਹੀ ਅਸੀਂ ਸਮਾਜ ਦੀ ਚੰਗੇ ਸਮਾਜ ਦੀ ਸਿਰਜਣਾ ਜਿਹੜੀ ਅਸੀਂ ਕਰ ਸਕਦੇ ਹਾਂ। ਤੇ ਨਾਲ ਹੀ ਅਸੀਂ ਇਸ ਵੀਡੀਓ ਦੇ ਵਿੱਚ ਜਿਨ੍ਹਾਂ ਵੀ ਸਰੋਤਾਂ ਦੀ ਵਰਤੋਂ ਕੀਤੀ ਹੈ, ਜਿਨ੍ਹਾਂ ਦਾ ਵੀ ਸਹਿਯੋਗ ਲਿਆ ਹੈ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਧੰਨਵਾਦ।